ਸਤਿ ਸ੍ਰੀ ਅਕਾਲ। ਇਸ ਤੋਂ ਪਹਿਲੀ ਕੜੀ ਦੇ ਅੰਦਰ ਕੁਝ ਵਿਚਾਰ ਆਪਾਂ ਦਿਲ ਦੀ ਬਿਮਾਰੀਆਂ ਦੇ ਸੰਬੰਧ ਵਿੱਚ ਉਹਨਾਂ ਦਾ ਬਚਾਓ ਤੇ ਕੁਝ ਬਿਮਾਰੀਆਂ ਜਿਹੜੀਆਂ ਡਾਇਬਟੀਸ ਹੈ ਉਹਦੇ ਸੰਬੰਧ ਵਿੱਚ ਵੀ ਦਿੱਤੀ। ਔਰ ਡਾਇਬਟੀਸ ਦੇ ਉੱਤੇ ਇੱਕ ਗੱਲ ਜ਼ਰੂਰ ਦੱਸਾਂਗਾ ਕਿ ਅੱਜ ਕੱਲ੍ਹ ਅਖਬਾਰਾਂ ਦੇ ਵਿੱਚ ਐਡ ਬਹੁਤ ਆਉਂਦੀ ਹੈ। ਮੈਂ ਇਹ ਦੇਖਿਆ ਕਿ ਉਹ ਐਡ ਨੂੰ ਦੇਖ ਕਰਕੇ ਉਹ ਸ਼ੁਰੂ ਕਰ ਦਿੰਦੇ ਪਰ ਉਹਦੇ ਨਾਲ ਕਈ ਵਾਰੀ ਕੰਟਰੋਲ ਵੀ ਨਹੀਂ ਹੁੰਦਾ ਔਰ ਕਈ ਵਾਰੀ ਨੁਕਸਾਨ ਵੀ ਹੁੰਦਾ ਹੈ। ਤਾਂ ਉਹਨਾਂ ਨੂੰ ਬਲਕਿ ਇੱਕ ਡਾਕਟਰ ਨੂੰ ਮਿਲਣਾ ਬਹੁਤ ਜ਼ਰੂਰੀ ਹੁੰਦਾ ਹੈ। ਹੋ ਸਕੇ ਤਾਂ ਡਾਕਟਰ ਨੂੰ, ਡਾਇਬਟੋਲੋਜਿਸਟ ਜੋ ਕਿ ਇਸ ਬਿਮਾਰੀ ਦੇ ਮਾਹਰ ਹਨ, ਅਗਰ ਹੋ ਸਕੇ ਉਹਨਾਂ ਨੂੰ ਮਿਲੋ। ਉਹ ਤੁਹਾਨੂੰ ਐਡਵਾਈਸ ਕਰਨਗੇ, ਨਸੀਹਤ ਦੇਣਗੇ, ਕਿਉਂਕਿ ਇਹਦੇ ਵਿੱਚ ਕੋਈ ਟੈਸਟ ਦੇਣਗੇ ਕਿ 3.5 ਮਹੀਨੇ ਦੀ ਸ਼ੂਗਰ ਪਿੱਛੇ ਤੋਂ ਉਹ ਕਿਸ ਰੇਟ ਦੇ ਉੱਤੇ ਚੱਲਦੀ ਰਹੀ ਹੈ। ਤਾਂ ਉਹ ਟੈਸਟ ਜਿਹੜੇ ਹੈਗੇ ਉਹਨਾਂ ਦੇ ਅਨੁਸਾਰ ਤੁਸੀਂ ਦਵਾਈ ਨੂੰ ਰੈਗੂਲੇਟ ਕਰ ਸਕਦੇ ਔਰ ਇਸ ਨੂੰ ਕੰਟਰੋਲ ਕਰੋਗੇ ਤਾਂ ਤੁਹਾਨੂੰ ਕਈ ਗੱਲਾਂ ਦਾ ਫਾਇਦਾ ਵੀ ਹੋਏਗਾ। ਵੱਡੀ ਤੋਂ ਵੱਡੀ ਕੰਪਲੀਕੇਸ਼ਨ ਹੋਣ ਦੇ ਉਹਦੇ ਅੱਖਾਂ ਦੇ ਉੱਤੇ ਅਸਰ ਹੋਣਾ। ਔਰ ਦੂਸਰੀ ਚੀਜ਼ ਹੈ ਕਿ ਸ਼ੂਗਰ ਜਦੋਂ ਖੂਨ ਦੇ ਅੰਦਰ ਜਾਂਦੀ ਹੈ ਤਾਂ ਉਹ ਜਿਹੜੀ ਐਕਸਟਰਾ ਸ਼ੂਗਰ ਹੁੰਦੀ ਹੈ, ਮੰਨ ਲਓ ਕਿ ਕਿਸੇ ਦੀ ਸ਼ੂਗਰ ਬਹੁਤ ਹਾਈ ਹੈ 300, ਉਹਨਾਂ ਨੂੰ ਕੋਈ ਤਕਲੀਫ ਨਹੀਂ ਹੈ। ਆਪਣੇ ਪੇਂਡੂ ਲੋਕ ਜ਼ਿਆਦਾਤਰ ਮੇਰੇ ਵੀਰ ਭਾਈ ਉਹ ਕੀ ਕਰਦੇ ਹੈਗੇ, ਉਹ ਕਹਿੰਦੇ ਕੋਈ ਕਸ਼ਟ ਹੀ ਨਹੀਂ ਹੈਗਾ, ਕੋਈ ਤਕਲੀਫ ਨਹੀਂ ਹੈ। ਪਰ ਉਹਨਾਂ ਨੂੰ ਇਹ ਟੈਸਟ ਕਰਾਉਣਾ ਇਸ ਵਾਸਤੇ ਜ਼ਰੂਰੀ ਹੈ ਕਿਉਂਕਿ ਇਹ ਸ਼ੂਗਰ ਜਿਹੜੀ ਹੁੰਦੀ ਹੈ ਉਹ ਜਿੰਨੀ ਸਰੀਰ ਦੇ ਵਿੱਚ ਚਾਹੀਦੀ ਹੈ ਉਹਨੂੰ ਕੰਜ਼ਿਊਮ ਕਰਕੇ, ਉਹਨੂੰ ਸਰੀਰ ਦੇ ਅੰਦਰ ਪ੍ਰਯੋਗ ਕਰਕੇ ਬਾਕੀ ਸ਼ੂਗਰ ਸਾਨੂੰ ਗੁਰਦੇ ਬਾਹਰ ਕੱਢ ਦਿੰਦੇ ਆ। ਔਰ ਗੁਰਦੇ ਦਾ ਇੱਕੋ ਹੀ ਕੰਮ ਹੈ, ਕੋਈ ਵੀ ਚੀਜ਼ ਅਗਰ ਸਾਡੇ ਬਲੱਡ ਦੇ ਵਿੱਚ ਸਾਨੂੰ ਨੁਕਸਾਨ ਦੇਣ ਵਾਲੀ ਹੈ ਤਾਂ ਉਹਨਾਂ ਚੀਜ਼ਾਂ ਨੂੰ ਬਾਹਰ ਕਰਨਾ। ਉਹਦੇ ਨਾਲ ਕੀ ਹੁੰਦਾ ਹੈ ਕਿ ਅਗਰ ਸ਼ੂਗਰ ਬਾਰ-ਬਾਰ ਵੱਧਦੀ ਜਾਂਦੀ ਹੈ, ਮੈਡੀਸਨ ਨਹੀਂ ਲਈ ਜਾਂਦੀ, ਤਾਂ ਗੁਰਦੇ ਦੇ ਉੱਤੇ ਭਿਆਨਕ ਅਸਰ ਹੁੰਦਾ ਹੈ ਤੇ ਉਹਦੇ ਅੰਦਰ ਕਈ ਬਿਮਾਰੀਆਂ ਸ਼ੁਰੂ ਹੋ ਜਾਂਦੀਆਂ। ਤੇ ਇਸ ਵਾਸਤੇ ਇਹ ਚੀਜ਼ ਹੈ, ਇਹਦਾ ਵੀ ਖਿਆਲ ਰੱਖੋ। ਇਹਦੇ ਨਾਲ ਹਾਰਟ ਦੀ ਬਿਮਾਰੀ ਦੇ ਉੱਤੇ ਵੀ ਮੈਂ ਰੌਸ਼ਨੀ ਪਾਈ ਸੀਗੀ। ਔਰ ਦੂਸਰੀ ਚੀਜ਼ ਹੈ ਕਿ ਇਹ ਬਿਮਾਰੀ ਸਾਡੇ ਅੱਖਾਂ ਦੇ ਉੱਤੇ ਬਹੁਤ ਅਸਰ ਕਰਦੀ ਹੈ। ਔਰ ਕਈ ਵਾਰੀ ਇਸ ਤਰ੍ਹਾਂ ਹੁੰਦਾ ਹੈ ਕਿ ਹਾਈ ਸ਼ੂਗਰ ਚੱਲਦੀ ਰਹੇ, ਹਾਈ ਮਾਨਾ 400 ਦੇ ਲਗਭਗ ਅਗਰ ਬਲੱਡ ਦੇ ਵਿੱਚ ਹੈ ਤਾਂ ਉਹਦੇ ਨਾਲ ਸਾਡੀਆਂ ਅੱਖਾਂ ਦੇ ਉੱਤੇ ਅਚਾਨਕ ਵੀ ਅਸਰ ਹੋ ਸਕਦਾ ਹੈ। ਤਾਂ ਇਸ ਵਾਸਤੇ ਵੀਰੋ ਤੁਸੀਂ ਆਪਣੇ ਆਪ ਨੂੰ ਇਹਨਾਂ ਚੀਜ਼ਾਂ ਨੂੰ ਜਾਗਰੂਕ ਰਹਿਣਾ ਹੈ ਕਿਉਂਕਿ ਜਿਹੜਾ ਕੁਝ ਮੈਂ ਤੁਹਾਨੂੰ ਦੱਸ ਰਿਹਾ ਹਾਂ ਇਹ ਤੁਹਾਨੂੰ ਇੱਕ ਜਾਗਰਤੀ ਹੀ ਦੇ ਰਿਹਾ ਹਾਂ ਕਿ ਜੋ ਪਿਛਲੇ 60 ਸਾਲਾਂ ਤੋਂ ਲੈ ਕੇ ਮੈਂ ਆਪਣੇ ਜੀਵਨ ਦੇ ਵਿੱਚ ਜੋ ਕੁਝ ਸਿੱਖਿਆ ਔਰ ਉਹ ਸਿੱਖਿਆ ਹੋਇਆ ਚੀਜ਼ ਉਹ ਪ੍ਰੈਕਟੀਕਲ ਅਨੁਭਵ ਦੇ ਵਿੱਚ ਆਈਆਂ ਹੋਈਆਂ ਗੱਲਾਂ ਮੈਂ ਤੁਹਾਨੂੰ ਦੱਸ ਰਿਹਾ। ਤੇ ਜੇ ਤੁਸੀਂ ਇਹਨਾਂ ਦਾ ਪ੍ਰਯੋਗ ਕਰਕੇ ਦੇਖੋਗੇ ਤਾਂ ਬਹੁਤ ਅੱਛਾ ਹੋਏਗਾ। ਹੁਣ ਅੱਜ ਆਪਾਂ ਨਾਲ ਇਹ ਵੀ ਲੈਂਦੇ ਹਾਂ ਕਿ ਥੋੜ੍ਹਾ ਸ਼ੁਰੂ ਕਰਦੇ ਹਾਂ ਅਗਲੀ ਸਵਾਸਥ। ਇਹ ਹੈਗਾ ਫਿਜ਼ੀਕਲ ਹੈਲਥ, ਸਰੀਰਕ ਸਵਾਸਥ, ਪਰ ਇਹਦਾ ਸੰਬੰਧ ਸਾਡੇ ਮਾਨਸਿਕ ਸਵਾਸਥ ਨਾਲ ਵੀ ਹੈ ਜਿਹਨੂੰ ਅਸੀਂ ਮੈਂਟਲ ਹੈਲਥ ਕਹਿ ਦਿੰਦੇ। ਹੁਣ ਆਪਾਂ ਇਹ ਦੇਖੀਏ ਕਿ ਮੈਂਟਲ ਹੈਲਥ, ਮੈਂ ਇਸ ਤੋਂ ਪਹਿਲਾਂ ਕਹਿ ਚੁੱਕਿਆ ਹਾਂ ਕਿ ਪੈਰ ਗਰਮ, ਪੇਟ ਨਰਮ ਔਰ ਮਸਤਕ ਠੰਡਾ, ਸਿਰ ਠੰਡਾ ਹੈ। ਕਹਿਣ ਦਾ ਮਤਲਬ ਕੀ ਹੋਇਆ ਕਿ ਠੰਡਾ ਮਤਲਬ ਇਹ ਨਹੀਂ ਕਿ ਕੋਈ ਸਿਰ ਠੰਡਾ ਹੋ ਜਾਵੇ, ਨਹੀਂ, ਉਹਦੇ ਅੰਦਰ ਕੋਈ ਪ੍ਰਕਾਰ ਦੀ ਤਣਾਅ ਨਾ ਰਹੇ। ਜੇ ਤਣਾਅ ਰਹਿੰਦਾ ਹੈ, ਕਰੋਧ ਆਉਂਦਾ ਹੈ, ਤਾਂ ਉਹਦੇ ਨਾਲ ਕਈ ਚੀਜ਼ਾਂ ਹੋਰ ਜੁੜੀਆਂ ਹੋਈਆਂ ਹਨ। ਉਹਦੇ ਨਾਲ ਸਾਨੂੰ ਵਿਚਾਰਾਂ ਦੀ ਕੈਟੇਗਰੀ ਦੇ ਸਮਝਣਾ ਬਹੁਤ ਜ਼ਰੂਰੀ ਹੈ। ਵਿਚਾਰ ਲਗਭਗ 4 ਪ੍ਰਕਾਰ ਦੇ ਤਾਂ ਆਮ ਗਿਣੇ ਜਾਂਦੇ ਹਨ। ਉਹ ਹੈਗੇ ਨੈਗੇਟਿਵ ਥਾਟਸ, ਨੈਗੇਟਿਵ ਵਿਚਾਰ, ਨਕਾਰਾਤਮਕ ਵਿਚਾਰ, ਐਵੇਂ ਹੀ ਸੋਚਦੇ ਰਹਿਣਾ ਕਿਸੇ ਦੀ ਖਾਤਰ, ਐਵੇਂ ਕਿਸੇ ਦੀ ਈਰਖਾ ਕਰਦੇ ਰਹਿਣਾ, ਐਵੇਂ ਕਿਸੇ ਨੂੰ ਨਫ਼ਰਤ ਕਰਦੇ ਰਹਿਣਾ ਔਰ ਕਿਸੇ ਨੂੰ ਆਪਸ ਵਿੱਚ ਹੀ ਕੋਈ ਨਾ ਕੋਈ ਨੈਗੇਟਿਵਿਟੀ
ਹੈ ਉਹਨੂੰ ਜੀਵਨ ਦੇ ਵਿੱਚ ਲੈ ਕੇ ਆਉਣਾ। ਇਹਨਾਂ ਤੋਂ ਬਚਣ ਦੀ ਲੋੜ ਹੈ, ਕਿਉਂਕਿ ਇਹਦਾ ਅਸਰ ਸਾਡੇ ਬ੍ਰੇਨ ਦੇ ਉੱਤੇ ਹੁੰਦਾ ਹੈ। ਔਰ ਦੂਸਰੇ ਵਿਚਾਰ ਹੈਗੇ ਪੋਜ਼ਿਟਿਵ ਥਾਟਸ। ਪੋਜ਼ਿਟਿਵ ਥਾਟ ਹੁੰਦੇ ਨੇ ਸਕਾਰਾਤਮਕ, ਜਿਹੜੇ ਚੰਗੇ ਹੁੰਦੇ ਨੇ, ਉਹ ਆਪਾਂ ਨੂੰ ਜ਼ਰੂਰੀ ਹੈ। ਔਰ ਤੀਜੇ ਵਿਚਾਰ ਹੈ ਜਿਹਨੂੰ ਨੈਸੈਸਰੀ ਥਾਟਸ ਕਹਿੰਦੇ ਆ, ਜਿਨ੍ਹਾਂ ਦੀ ਜ਼ਰੂਰਤ ਹੈ ਸਾਨੂੰ। ਦਿਨ ਦੇ ਵਿੱਚ ਕਾਰੋਬਾਰ ਕਰਨ ਦੀ ਲੋੜ ਹੈ, ਖੇਤੀਬਾੜੀ ਕਰਨ ਦੀ ਲੋੜ ਹੈ, ਬਿਜ਼ਨਸ ਕਰਨ ਦੀ ਲੋੜ ਹੈ, ਉਹਨਾਂ ਦੇ ਵਿੱਚ ਅਸੀਂ ਜਾਂਦੇ ਹਾਂ। ਪਰ ਅਸੀਂ ਇੱਕ ਚੀਜ਼ ਦਾ ਖਿਆਲ ਰੱਖੀਏ ਕਿ ਜਦੋਂ ਵੀ ਆਪਾਂ ਕਿਸੇ ਗਾਹਕ ਨਾਲ ਡੀਲ ਕਰਦੇ ਹਾਂ, ਆਪਾਂ ਗੁੱਸੇ ਵਿੱਚ ਨਾ ਆਈਏ, ਟੈਨਸ਼ਨ ਦੇ ਵਿੱਚ ਨਾ ਆਈਏ। ਜਿੱਥੇ ਤੱਕ ਹੋ ਸਕੇ ਸਕਾਰਾਤਮਕ ਵਿਚਾਰਾਂ ਨਾਲ ਗੱਲ ਕਰੀਏ। ਔਰ ਉਹਦੇ ਨਾਲ ਸਾਨੂੰ ਕੀ ਮਿਲਦਾ ਹੈ? ਸਾਨੂੰ ਇੱਕ ਪ੍ਰਕਾਰ ਦੀ ਮੈਂਟਲ ਐਨਰਜੀ ਵੀ ਮਿਲਦੀ ਹੈ, ਉਹਨੂੰ ਸ਼ਕਤੀ ਵੀ ਮਿਲਦੀ ਹੈ ਕਿ ਜੇ ਅਸੀਂ ਇੱਕ ਦੂਜੇ ਨਾਲ ਸਾਂਝ ਰੱਖਦੇ ਹਾਂ ਚੰਗੇ ਵਿਚਾਰਾਂ ਦੀ। ਤਾਂ ਇਸ ਵਾਸਤੇ ਇਹਨਾਂ ਨੂੰ ਕਹਿ ਦਿੰਦੇ ਕਿ ਜ਼ਰੂਰੀ ਵਿਚਾਰ ਹੈ, ਜਿਹੜੇ ਕਿ ਸਾਨੂੰ ਘਰੇਲੂ ਕੰਮਾਂ 'ਚ ਕਰਨੇ ਪੈਂਦੇ ਆ। ਮਾਤਾ ਭੈਣਾਂ ਨੂੰ ਵੀ ਘਰ ਦੇ ਵਿੱਚ ਰਸੋਈ ਦਾ ਕੰਮ ਕਰਨਾ ਪੈਂਦਾ, ਪੁਚਾਰੇ ਦਾ ਕੰਮ ਕਰਨਾ ਪੈਂਦਾ, ਤਾਂ ਹੋਰ ਕਈ ਕੰਮ ਹੈਗੇ। ਇਸ ਤਰ੍ਹਾਂ ਕਰਦੇ ਹੋਏ ਕਿ ਤੀਸਰੇ ਜਿਹੜੇ ਵਿਚਾਰ ਹੈਗੇ, ਉਹ ਵਿਚਾਰ ਹੈਗੇ ਵੇਸਟ ਥਾਟਸ। ਵੇਸਟ ਮਾਨਾ ਜਿਨ੍ਹਾਂ ਦਾ ਕੋਈ ਕੰਮ ਨਹੀਂ ਹੈ, ਔਰ ਉਹਨਾਂ ਨੂੰ ਅਸੀਂ ਸੋਚਦੇ ਰਹਿੰਦੇ ਬਈ ਕਿਸੇ ਦੇ ਬਾਰੇ ਸੋਚਣਾ, ਉਹ ਇਸ ਤਰ੍ਹਾਂ ਹੈ, ਉਹ ਕਿਉਂ ਨਹੀਂ ਅੱਛਾ, ਉਹ ਠੀਕ ਕਿਉਂ ਨਹੀਂ ਹੈ, ਉਹਦਾ ਇਹ ਚੀਜ਼ ਹੈ। ਔਰ ਦੂਸਰੀ ਚੀਜ਼ ਹੈ ਕਿ ਕਿਸੇ ਦੇ ਘਰ ਵਿੱਚ ਚੰਗਾ ਕੰਮ ਹੋ ਗਿਆ, ਕਿਸੇ ਦੇ ਘਰ ਵਿੱਚ ਨਵੀਂ ਕਾਰ ਆ ਗਈ, ਮੇਰੇ ਕੋਲੇ ਪੁਰਾਣੀ ਹੈ, ਉਹਦੇ ਵਿੱਚ ਸੋਚਣਾ ਸ਼ੁਰੂ ਕਰ ਦੇਣਾ। ਮਤਲਬ ਇਹ ਚੀਜ਼ਾਂ ਜਿਹੜੀਆਂ ਵੇਸਟ ਥਾਟਸ ਹੈ। ਮਗਰ ਵੇਸਟ ਥਾਟਾਂ ਨੂੰ ਅਸੀਂ ਕੱਟ ਕਰ ਸਕਦੇ ਹਾਂ, ਉਹਨਾਂ ਨੂੰ ਰਿਜੈਕਟ ਕਰ ਸਕਦੇ ਹਾਂ, ਔਰ ਨੈਗੇਟਿਵ ਥਾਟ ਵੀ ਰਿਜੈਕਟ ਕੀਤੇ ਜਾ ਸਕਦੇ। ਪਰ ਇਹਨਾਂ ਦੇ ਵਿੱਚ ਸਾਨੂੰ ਦੋ ਚੀਜ਼ਾਂ ਦੀ ਲੋੜ ਹੈ, ਕਿਉਂਕਿ ਇਸ ਵਾਤਾਵਰਣ ਦੇ ਵਿੱਚ ਰਹਿੰਦੇ ਹੋਏ, ਅੱਜ ਦੇ ਵਾਤਾਵਰਣ ਵਿੱਚ ਕੋਈ ਬੰਦਾ ਵੀ ਮਾਨਸਿਕ ਤੌਰ ਦੇ ਉੱਤੇ 100% ਠੀਕ ਨਹੀਂ ਹੈ। ਉਹਦੇ ਵਿੱਚ ਅਗਰ ਅੱਜ ਤੁਸੀਂ ਦੇਖੋ ਕਿ ਇਹਨਾਂ ਦੇ ਕਾਰਨ ਹੀ, ਐਂਗਜ਼ਾਇਟੀ ਔਰ ਟੈਨਸ਼ਨ, ਤਣਾਅ ਦੇ ਕਾਰਨ ਹੀ ਹੌਲੀ ਹੌਲੀ ਵੱਧਦੀ ਇਹ ਬਿਮਾਰੀ ਅੱਗੇ ਜਾ ਕਰਕੇ ਕੁਝ ਆਪਣਾ ਰੂਪ ਧਾਰਨ ਕਰ ਲੈਂਦੀ ਹੈ। ਪਹਿਲਾ ਰੂਪ ਇਹਦਾ ਇਹ ਹੁੰਦਾ ਹੈ ਕਿ ਮਾਨਸਿਕ ਇਰੀਟੇਸ਼ਨ ਹੋਣਾ, ਐਵੇਂ ਹੀ ਗੁੱਸਾ ਕਰਦੇ ਰਹਿਣਾ। ਜੇ ਬਾਰ-ਬਾਰ ਉਹ ਚੱਲਦਾ ਰਹੇ ਤਾਂ ਬੰਦਾ ਡਿਪਰੈਸ਼ਨ ਦਾ ਰੋਗੀ ਬਣ ਜਾਂਦਾ। ਡਿਪਰੈਸ਼ਨ ਇਸ ਤਰ੍ਹਾਂ ਦੀ ਬਿਮਾਰੀ ਹੈ ਕਿ ਜਿਸ ਦੇ ਅੰਦਰ ਤੁਸੀਂ ਡਾਕਟਰ, ਜਿਹਨੂੰ ਅਸੀਂ ਸਾਈਕੈਟਿਸਟ ਕਹਿ ਦਿੰਦੇ ਹਾਂ, ਜਾਂ ਮਨੋਰੋਗਾਂ ਦੇ ਮਾਹਰ ਕਹਿ ਦਿੰਦੇ ਹਾਂ, ਉਹਨਾਂ ਨੂੰ ਅਸੀਂ ਮਿਲਦੇ ਹਾਂ ਤਾਂ ਉਹ ਸਾਨੂੰ ਇਹ ਗੱਲ ਦੱਸਦੇ ਹਨ ਕਿ ਤੁਹਾਡੇ ਕੁਝ ਕੈਮੀਕਲ ਦੇ ਵਿੱਚ ਫਰਕ ਪਏਗਾ ਔਰ ਉਹ ਠੀਕ ਹੋ ਜਾਣਗੇ। ਸਾਨੂੰ ਉਹ ਦਵਾਈ ਐਡਵਾਈਸ ਕਰ ਦਿੰਦੇ ਨੇ, ਉਹਦੇ ਨਾਲ ਸਾਨੂੰ ਨੀਂਦ ਵੀ ਆਉਂਦੀ ਹੈ, ਕਈ ਪ੍ਰਕਾਰ ਦੇ ਉਸਦੇ ਸਾਈਡ ਇਫੈਕਟ ਵੀ ਹੁੰਦੇ ਨੇਗੇ। ਤਾਂ ਪੈਣ ਦਾ ਮਤਲਬ ਸਾਨੂੰ ਆਰਾਮ ਤਾਂ ਜ਼ਰੂਰ ਮਿਲਣਾ ਸ਼ੁਰੂ ਹੋ ਜਾਂਦਾ ਹੈ, ਪਰ ਸਾਡੀ ਉੱਨਤੀ ਨਹੀਂ ਹੈ। ਉੱਨਤੀ ਜਿਹੜੀ ਹੁੰਦੀ ਹੈ ਉਹ ਇੱਕ ਨਾਰਮਲ ਲਾਈਫ ਦੇ ਵਿੱਚ ਉਹ ਉੱਨਤੀ ਹੁੰਦੀ ਹੈ, ਸਾਡੀ ਸੋਚ ਹੈ ਉਹ ਪੋਜ਼ੀਟਿਵ ਹੋ। ਅਸੀਂ ਸਦਾ ਇਹ ਸੋਚੀਏ ਕਿ ਅਸੀਂ ਸਫਲ ਰਹੀਏ। ਜ਼ਿੰਦਗੀ ਦੇ ਵਿੱਚ ਸਫਲਤਾ ਜਿਹੜੀ ਹੈ ਉਹ ਕਿਸੇ ਆਖਰ 'ਤੇ ਨਹੀਂ ਹੁੰਦੀ, ਆਏ ਦਿਨ ਸਫਲਤਾ ਹੈ। ਅੱਜ ਨਾਲੋਂ ਕੱਲ੍ਹ ਦਾ ਦਿਨ ਅੱਛਾ, ਕੱਲ੍ਹ ਨਾਲੋਂ ਪਰਸੋਂ ਦਾ ਦਿਨ ਅੱਛਾ। ਤਾਂ ਇਸ ਤਰ੍ਹਾਂ ਹੀ ਇਹ ਚੀਜ਼ ਹੈ ਕਿ ਉਹ ਬਿਮਾਰੀ ਫਿਰ ਹੈ, ਉਹ ਉਸ ਤੋਂ ਵੀ ਅਗਰ ਚੱਲਦੀ ਰਹੇ ਤਾਂ ਉਹ ਹੋਰ ਰੂਪ ਧਾਰਨ ਕਰ ਲੈਂਦੀ ਹੈ ਕਿ ਬੰਦਾ ਕੁਛ ਬੇਕਾਰ ਗੱਲਾਂ ਹੀ ਕਰਨੀਆਂ ਸ਼ੁਰੂ ਕਰ ਦਿੰਦਾ, ਜਿਹਨੂੰ ਸਾਈਕੋਟਿਕ ਕਹਿ ਦਿੰਦੇ ਕਿ ਉਹ ਗੱਲਾਂ ਜਿਹੜੀਆਂ ਉੱਥੇ ਉਹਨੂੰ ਨਜ਼ਰ ਨਹੀਂ ਆਉਂਦੀਆਂ, ਉਹੀ ਗੱਲਾਂ ਕਰਨੀਆਂ ਸ਼ੁਰੂ ਕਰ ਦਿੰਦਾ। ਇਸ ਵਾਸਤੇ ਵਿਚਾਰ ਸ਼ਕਤੀ ਨੂੰ ਜਿਹੜੀ ਹੈ ਉਹਦੇ ਉੱਤੇ ਕੰਟਰੋਲ ਕਰਨਾ ਬਹੁਤ ਜ਼ਰੂਰੀ ਹੈ। ਉਹਨੂੰ ਕਹਿ ਦਿੰਦੇ ਹਾਂ ਮਨੋਬਲ। ਮਨੋਬਲ ਨੂੰ ਵਧਾਉਣ ਦੀ ਲੋੜ ਹੈ। ਤੇ ਬਾਹਰ ਦੀਆਂ ਗੱਲਾਂ ਨੂੰ ਜਿਹੜੀਆਂ ਸਾਨੂੰ ਮਿਲ ਰਹੀਆਂ, ਪੇਪਰ ਤੋਂ ਮਿਲ ਰਹੀਆਂ, ਟੀਵੀ ਤੋਂ ਮਿਲ ਰਹੀਆਂ, ਆਪਸ ਵਿੱਚ ਹੀ ਵਿਵਹਾਰ ਤੋਂ ਮਿਲ ਰਹੀਆਂ, ਬਿਹੇਵੀਅਰ ਕਿਸੇ ਦਾ ਚੰਗਾ ਨਹੀਂ। ਘਰ ਦੇ ਅੰਦਰ ਸਭ ਤੋਂ ਪਹਿਲੀ ਯੂਨਿਟ ਜਿਹੜੀ ਹੈ ਸਮਾਜਿਕ ਸਵਾਸਥ ਹੈ, ਉਹ ਵੀ ਮਨ ਦੇ ਉੱਤੇ ਅਸਰ ਕਰਦੀ ਹੈ। ਪਰਿਵਾਰਕ ਸੰਬੰਧ ਚੰਗੇ ਨਾ ਹੋਣ ਔਰ ਘਰ ਦੇ ਅੰਦਰ ਵੀ ਆਦਮੀ ਤਣਾਅ 'ਚ ਰਹਿੰਦਾ ਹੈ,
ਜੇ ਉਹ ਘਰੋਂ ਤਣਾਅ ਵਿੱਚ ਜਾਂਦਾ ਹੈ ਤਾਂ ਦਫ਼ਤਰ ਜਾ ਕੇ ਫਿਰ ਤਣਾਅ ਸ਼ੁਰੂ ਹੋ ਜਾਂਦਾ ਹੈ। ਤਾਂ ਦਫ਼ਤਰ ਦਾ ਤਣਾਅ ਘਰ ਲੈ ਆਉਂਦਾ ਹੈ ਤੇ ਘਰ ਦਾ ਤਣਾਅ ਜਿਹੜਾ ਹੈਗਾ ਉਹ ਦਫ਼ਤਰ ਲੈ ਜਾਂਦਾ। ਤਾਂ ਇਸ ਵਾਸਤੇ ਸਾਡੀ ਜਿਹੜੀ ਜੀਵਨ ਹੈ ਉਹ ਜੀਵਨ ਇੱਕ ਸਾਡੀ ਨਾਰਮਲ ਨਾ ਹੁੰਦੇ ਹੋਏ ਇੱਕ ਪ੍ਰਕਾਰ ਦੀ ਨੈਗੇਟਿਵ ਸੋਚ ਚੱਲਦੀ ਰਹਿੰਦੀ ਹੈ। ਇਹਨਾਂ ਦੇ ਵਾਸਤੇ ਸਾਨੂੰ ਕੁਝ ਚੰਗੀਆਂ ਸਿੱਖਿਆ ਦੀ ਲੋੜ ਹੈ। ਅਸੀਂ ਦੇਖਦੇ ਹਾਂ ਸਾਡੇ ਗੁਰੂ ਸਾਹਿਬਾਨ ਨੇ, ਧਰਮ ਸਥਾਪਕਾਂ ਨੇ, ਜਿਨ੍ਹਾਂ ਦੀ ਜਯੰਤੀ ਆਪਾਂ ਮਨਾ ਰਹੇ, ਉਹਨਾਂ ਨੇ ਕਿੰਨੀਆਂ ਸਿੱਖਿਆ ਸਾਨੂੰ ਦਿੱਤੀਆਂ। ਪਰ ਗੱਲ ਇਹ ਹੈ ਕਿ ਜਿਹੜੀ ਉਹਨਾਂ ਨੇ ਸਿੱਖਿਆ ਦਿੱਤੀ ਸੀ, ਅੱਜ ਕ੍ਰਾਈਸਟ ਦੀ ਸਿੱਖਿਆ ਦੇ ਉੱਤੇ ਨਹੀਂ, ਉਹਨਾਂ ਦਾ ਸੀਗਾ ਕਿ ਪੜੋਸੀ ਨੂੰ ਪਿਆਰ ਕਰੋ। ਮਹਾਤਮਾ ਬੁੱਧ ਨੇ ਵੀ ਅੱਛੀ ਸਿੱਖਿਆ ਦਿੱਤੀ। ਪਰ ਅੱਜ ਇਸ ਸਮੇਂ ਦੇ ਉੱਤੇ ਅਸੀਂ ਉਹਨਾਂ ਦੀਆਂ ਸਿੱਖਿਆ ਨੂੰ ਭੁੱਲ ਚੁੱਕੇ ਔਰ ਉਹਨੂੰ ਅਸੀਂ ਕਹਿ ਦਿੰਦੇ ਹਾਂ ਵੈਲਿਊਜ਼ ਫਾਰ ਗੁੱਡ ਹੈਲਥ, ਵੈਲਿਊਜ਼ ਇਨ ਹੈਲਥ, ਕਿ ਜਿਹੜੀਆਂ ਮਰਿਆਦਾ ਹੈ, ਜਿਹੜੀਆਂ ਸਾਨੂੰ ਦੱਸੀਆਂ ਗਈਆਂ ਸੀ, ਉਹਨੂੰ ਅਸੀਂ ਜੀਵਨ 'ਚ ਲੈ ਕੇ ਆਏ। ਉਹਨਾਂ ਦੇ ਨਾਲ ਸਾਡੀ ਸਿਹਤ ਚੰਗੀ ਬਣਦੀ। ਅੱਜ ਕੱਲ੍ਹ ਇਸ ਯੁੱਗ ਦੇ ਵਿੱਚ ਇੱਕ ਪਾਸੇ ਤੋਂ ਤਣਾਅ ਵੱਧ ਰਿਹਾ ਹੈ, ਦੂਜੇ ਪਾਸੇ ਤੋਂ ਇੱਕ ਪੋਜ਼ਿਟਿਵ ਸੂਚਨਾ ਵੀ ਤੁਹਾਨੂੰ ਮਿਲ ਰਹੀ ਹੈ। ਮੈਂ ਦੇਖਦਾ ਕਿ ਬ੍ਰਹਮਾ ਕੁਮਾਰੀ ਦੇ ਸੰਬੰਧ 'ਚ ਮੈਂ ਕਈ ਗੱਲਾਂ ਸੁਣਦਾ ਤਾਂ ਮੈਨੂੰ ਚੰਗੀਆਂ ਲੱਗਦੀਆਂ। ਉਹ ਕਹਿੰਦੇ ਹੈ ਕਿ ਤੁਸੀਂ ਆਪਣੇ ਜੀਵਨ ਦੇ ਵਿੱਚ ਚੰਗੀਆਂ ਚੰਗੀਆਂ ਗੱਲਾਂ ਧਾਰਨ ਕਰੋ, ਖਾਣਾ ਪੀਣਾ ਸ਼ੁੱਧ ਕਰੋ। ਇਹ ਗੱਲ ਬਹੁਤ ਚੰਗੀ ਹੈ। ਡਾਕਟਰ ਵੀ ਇਹ ਗੱਲ ਕਹਿੰਦੇ ਨੇਗੇ। ਤਾਂ ਅੱਜ ਜਿਹੜੀ ਮੈਡੀਕਲ ਸਾਇੰਸ ਹੈ, ਅਸੀਂ ਜਦੋਂ ਕਾਨਫਰੰਸ ਦੇ ਵਿੱਚ ਗਏ ਸੀਗੇ, ਅਸੀਂ 1400 ਡਾਕਟਰ ਗਏ ਸੀ। ਉੱਥੇ ਇੱਕ ਭੈਣ ਭਾਸ਼ਣ ਕਰ ਰਹੀ ਸੀ, ਉਹਨਾਂ ਨੇ ਇੱਕ ਗੱਲ ਦੱਸੀ ਕਿ ਕੀ ਅੱਜ ਡਾਕਟਰੀ ਦੇ ਵਿੱਚ ਡਾਕਟਰ ਪੂਰਨ ਰੂਪ ਦੇ ਖੁਸ਼ ਹੈ? ਤਾਂ ਸਾਰਿਆਂ ਤੋਂ ਉਹਨਾਂ ਨੇ ਹੱਥ ਉਠਾਇਆ। ਤਾਂ ਕੋਈ 50% ਨੇ ਠੀਕ ਹੱਥ ਖੜਾ ਕੀਤਾ, ਕਿਸੇ ਨੇ ਨਹੀਂ ਕੀਤਾ। ਕਹਿਣ ਦਾ ਮਤਲਬ ਇਹ ਕਹਿੰਦੇ ਕਿ ਉਹ ਸਾਰਾ ਦਿਨ ਪੇਸ਼ੈਂਟ ਦੇਖਦੇ ਦੇਖਦੇ ਹੋਏ ਵੀ ਆਪਣੇ ਆਪ ਨੂੰ ਇਰੀਟੇਬਲ ਮਹਿਸੂਸ ਕਰਦੇ ਆ, ਉਹ ਵੀ ਤਣਾਅ 'ਚ ਆ ਜਾਂਦੇ। ਤਾਂ ਕਾਰਨ ਇਹ ਹੈ ਕਿ ਪਹਿਲਾਂ ਜਿਹੜੇ ਵੈਦ ਹਕੀਮ ਸੀਗੇ, ਉਹਨਾਂ ਦੇ ਮਨ ਵਿੱਚ ਇੱਕ ਭਾਵਨਾ ਸੀ ਕਿ ਮੇਰਾ ਮਰੀਜ਼ ਠੀਕ ਹੋ ਜਾਵੇ। ਪਰ ਅੱਜ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਕਿਤੇ ਦੂਰ ਚਲੀਆਂ ਗਈਆਂ। ਇਹਦੇ ਨਾਲ ਮੈਂ ਵਿਰਾਮ ਦਿੰਦਾ ਹਾਂ। ਆਪਾਂ ਫਿਰ ਮਾਨਸਿਕ ਸਵਾਸਥ ਦੇ ਉੱਤੇ ਅਗਲਾ ਲੈਕਚਰ ਲਵਾਂਗੇ। ਇਹ ਘੜੀ ਨੂੰ ਸਤਿ ਸ੍ਰੀ ਅਕਾਲ, ਬੰਦ ਕਰ।